हेलो स्टूडेंट्स, आई होप ऑल ऑफ यू आर ਫਿਟ ਐਂਡ ਫਾਈਨ। ਸੋ ਅੱਜ ਆਪਾਂ ਬੇਟਾ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਨਾਲ ਸੰਬੰਧਿਤ ਜਿਹੜਾ ਚੈਪਟਰ ਚੱਲ ਰਿਹਾ ਸੀ ਉਹਦਾ ਭਾਗ 2 ਸੈਕਿੰਡ ਪਾਰਟ ਆਪਾਂ ਇਹਦੇ ਵਿੱਚ ਪੜਾਂਗੇ। ਇਸ ਤੋਂ ਪਹਿਲਾਂ ਕਿ ਆਪਾਂ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਵਿਸਥਾਰ ਬਾਰੇ ਪੜ੍ਹਨਾ ਸ਼ੁਰੂ ਕਰੀਏ, ਪਾਰਟ 1 ਦੇ ਵਿੱਚ ਜੋ ਆਪਾਂ ਨੇ ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਪ੍ਰਾਪਤ ਕੀਤੀ ਸੀ ਉਹਨੂੰ ਰੀਕੈਪ ਕਰਦੇ ਹਾਂ। ਫਟਾਫਟ ਕੁਇਕ ਬੁਲੇਟਸ ਪੁਆਇੰਟਸ ਉਹਦੇ ਆਪਾਂ ਰਿਮਾਈਂਡ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖਿਆ ਸੀ ਵੀ ਇੱਕ ਪੁਰਤਗਾਲੀ ਜਿਹੜਾ ਕਪਤਾਨ ਸੀ ਵਾਸਕੋ ਡਗਾਮਾ ਭਾਰਤ ਵਿੱਚ 27 ਮਈ 1498 ਨੂੰ ਕਾਲੀਕਟ ਵਿਖੇ ਪਹੁੰਚਿਆ ਸੀ। ਦੇਖੋ ਉਰੋਂ ਪੁਰਤਗਾਲ ਤੋਂ ਚੱਲਿਆ ਇਹ ਬੰਦਾ ਇਹ ਸਾਗਰ ਰਾਹੀਂ ਹੁੰਦਾ ਹੋਇਆ ਭਾਰਤ ਵਿੱਚ ਕਾਲੀਕਟ ਨਾਂ ਦੇ ਸਥਾਨ 'ਤੇ ਪਹੁੰਚਿਆ, ਹੈ ਨਾ। ਇਹ ਪਹਿਲਾ ਸੀ ਪੁਰਤਗਾਲੀ ਵਾਸਕੋ ਡਗਾਮਾ। ਸੋ ਇਹ ਮੌਜੂਦਾ ਕੇਰਲ ਰਾਜ ਦੇ ਵਿੱਚ ਸਥਿਤ ਹੈ ਕਾਲੀਕਟ। ਤਾਂ ਤੁਸੀਂ ਮੈਨੂੰ ਇੱਕ ਜਵਾਬ ਦੇਣਾ ਹੈ ਵੀ ਇਹ ਕਾਲੀਕਟ ਦਾ ਐਟ ਪ੍ਰੈਜ਼ੈਂਟ ਨਾਮ ਕੀ ਹੈ। ਇਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੇਈਓ ਜਾਂ ਆਪਣੇ ਸਕੂਲ ਗਰੁੱਪਸ ਦੇ ਵਿੱਚ ਦੇ ਦਿਓ ਜਾਂ ਪਰਸਨਲ ਨੰਬਰ 'ਤੇ ਮੈਨੂੰ ਉਹਦਾ ਰਿਪਲਾਈ ਚਾਹੀਦਾ ਵੀ ਕਾਲੀਕਟ ਦਾ ਮੌਜੂਦਾ ਨਾਮ ਕੀ ਹੈ। ਸੋ ਉਸ ਤੋਂ ਮਗਰੋਂ ਆਪਾਂ ਦੇਖਿਆ ਸੀ ਵੀ ਯੂਰਪੀਅਨ ਕੰਟਰੀਜ਼ ਨੇ ਭਾਰਤ ਵਿੱਚ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਵੱਖ-ਵੱਖ ਕੰਪਨੀਆਂ ਸਥਾਪਿਤ ਕੀਤੀਆਂ ਗਈਆਂ, ਆਪਸ ਵਿੱਚ ਸੰਘਰਸ਼ ਹੋਏ ਤਾਂ ਉਹਦੇ ਵਿੱਚ ਦੋ ਕੰਪਨੀਆਂ ਮੁੱਖ ਭਾਰਤ ਵਿੱਚ ਨਿਕਲ ਕੇ ਆਈਆਂ। ਇੱਕ ਤਾਂ ਈਸਟ ਇੰਡੀਆ ਕੰਪਨੀ ਸੀ ਜਿਹਦੀ ਸਥਾਪਨਾ ਭਾਰਤ ਵਿੱਚ 31 ਦਸੰਬਰ 1600 ਨੂੰ ਹੋਈ ਸੀ। ਇਹ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਇਸ ਦੇ ਨਾਲ ਹੀ ਇੱਕ ਹੋਰ ਕੰਪਨੀ ਸੀ ਫਰਾਂਸੀਸੀ ਈਸਟ ਇੰਡੀਆ ਕੰਪਨੀ। ਇਹਦੀ ਸਥਾਪਨਾ ਹੋਈ ਸੀ 1664 ਈਸਵੀ ਦੇ ਵਿੱਚ। ਇਹ ਆਪਸ ਦੇ ਵਿੱਚ ਵੀ ਇਹਨਾਂ ਸੰਘਰਸ਼ ਹੁੰਦੇ ਰਹੇ। 3 ਕਰਨਾਟਕ ਦੇ ਯੁੱਧ ਵੀ ਹੋਏ, ਉਹ ਆਪਾਂ ਪੜ੍ਹੇ ਸੀ। ਈਸਟ ਇੰਡੀਆ ਕੰਪਨੀ ਨੇ ਦੇਖੋ ਆਪਣਾ ਪੱਛਮੀ ਬੰਗਾਲ ਦੇ ਵਿੱਚ ਬਿਹਾਰ, ਉੜੀਸਾ, ਫਿਰ ਮਦਰਾਸ ਕਰਨੀ, ਇੱਧਰ ਸੂਰਤ ਵਾਲੇ ਪਾਸੇ, ਬੰਬੇ ਵਾਲੇ ਪਾਸੇ, ਇਸ ਤਰ੍ਹਾਂ ਹੌਲੀ ਹੌਲੀ ਆਪਣਾ ਬਸਤੀਆਂ ਸਥਾਪਿਤ ਕਰਨੀਆਂ ਅਤੇ ਵਪਾਰ ਕਰਨਾ ਸ਼ੁਰੂ ਕੀਤਾ। ਫਿਰ ਪੱਛਮੀ ਬੰਗਾਲ ਦੇ ਵਿੱਚ ਆਪਾਂ ਉਸ ਸਮੇਂ ਪੱਛਮੀ ਬੰਗਾਲ ਨਹੀਂ, ਉਸ ਬੰਗਾਲ ਦੀ ਗੱਲ ਕਰੀਏ ਤਾਂ 1756 ਈਸਵੀ ਦੇ ਵਿੱਚ ਸਰਾਜੂਦੋਲਾ ਬੰਗਾਲ ਦਾ ਨਵਾਬ ਬਣਿਆ। ਅਤੇ ਅੰਗਰੇਜ਼ਾਂ ਅਤੇ ਸਰਾਜੂਦੋਲਾ ਦੇ ਵਿਚਕਾਰ ਪਲਾਸੀ ਦਾ ਯੁੱਧ ਹੋਇਆ 23 ਜੂਨ 1757 ਨੂੰ। ਆਪਾਂ ਪੜ੍ਹਿਆ ਸੀ। ਦੇਖੋ ਪਲਾਸੀ ਇਹ ਹੁਗਲੀ ਨਾਮਕ ਗੰਗਾ ਨਦੀ ਜਦੋਂ ਉਰੇ ਆ ਕੇ ਦੋ ਭਾਗਾਂ ਵਿੱਚ ਵੰਡੀ ਜਾਂਦੀ ਹੈ ਤਾਂ ਇਹਦੇ ਉੱਤੇ ਸਥਿਤ ਹੈ ਇੱਕ ਸ਼ਹਿਰ ਪਲਾਸੀ। ਇੱਥੇ ਇਹ ਯੁੱਧ ਹੋਇਆ ਸੀ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਸਰਾਜੂਦੋਲਾ। ਅੰਗਰੇਜ਼ਾਂ ਦੇ ਵੱਲੋਂ ਜਿਹੜਾ ਲੀਡਰ ਸੀਗਾ ਉਹ ਸੀਗਾ ਰਾਬਰਟ ਕਲਾਈਵ। ਜਿੱਤਿਆ ਕੌਣ ਸੀ ਇਹਦੇ ਵਿੱਚ? ਅੰਗਰੇਜ਼ਾਂ ਦੀ ਜਿੱਤ ਹੋਈ ਸੀ ਅਤੇ ਆਪਣਾ ਸਰਾਜੂਦੋਲਾ ਹਾਰ ਗਿਆ ਸੀ ਅਤੇ ਬੰਗਾਲ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ। ਇਸ ਤੋਂ ਮਗਰੋਂ ਹੋਇਆ ਸੀ ਇੱਕ ਬਕਸਰ ਦਾ ਯੁੱਧ ਹੋਇਆ ਸੀ। ਆਪਾਂ ਪੜ੍ਹਿਆ 23 ਅਕਤੂਬਰ 1764 ਨੂੰ ਬਕਸਰ ਦਾ ਯੁੱਧ ਹੋਇਆ ਸੀ। ਇਹ ਵੀ ਅੰਗਰੇਜ਼ ਅਫਸਰ ਮੇਜਰ ਮੁਨਰੋ, ਇੱਧਰੋਂ ਮੀਰ ਕਾਸਮ, ਅਵਧ ਦਾ ਨਵਾਬ ਸੁਰਾਜ-ਉਦ-ਦੌਲਾ ਅਤੇ ਸ਼ਾਹ ਆਲਮ ਦੂਸਰੇ ਦੇ ਵਿਚਕਾਰ ਹੋਇਆ ਸੀ। ਆ ਮੈਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਕਸਰ ਬਿਹਾਰ ਦੇ ਬਾਰਡਰ ਦੇ ਉੱਤੇ ਗੰਗਾ ਨਦੀ ਦੇ ਕੰਢੇ ਦੇ ਉੱਤੇ ਵਸਿਆ ਹੋਇਆ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਬਾਰਡਰ ਦੇ ਉੱਤੇ ਸਟੇਟ ਹੈਗੀ ਇਹਦੀ ਬਿਹਾਰ। ਇੱਥੇ ਹੈ ਬਕਸਰ, ਆ ਰਿਹਾ ਬਕਸਰ। ਇੱਥੇ ਇਹ ਯੁੱਧ ਹੋਇਆ ਸੀ। ਇਹਦੇ ਵਿੱਚ ਵੀ ਅੰਗਰੇਜ਼ ਜੇਤੂ ਰਹੇ ਸੀ ਅਤੇ ਇਹਨਾਂ ਦੋਨਾਂ ਯੁੱਧਾਂ ਦਾ ਪ੍ਰਭਾਵ ਕੀ ਪਿਆ ਸੀ? ਦੇਖੋ ਆਪਾਂ ਸਟੇਟਸ ਦਿਖਾਈਆਂ ਉਹਨੇ। ਹੁਣ ਅੱਜ ਕੱਲ੍ਹ ਵੈਸਟ ਬੰਗਾਲ ਹੈ, ਉਸ ਸਮੇਂ ਪੱਛਮੀ ਬੰਗਾਲ ਸੀ। ਪਲਾਸੀ, ਇੱਧਰ ਬਕਸਰ। ਇਹ ਦੋਨੇ ਯੁੱਧਾਂ ਤੋਂ ਮਗਰੋਂ ਬੰਗਾਲ, ਬਿਹਾਰ ਇੱਧਰਲੇ ਪਾਸੇ ਅੰਗਰੇਜ਼ਾਂ ਦਾ ਸ਼ਾਸਨ ਸਥਾਪਿਤ ਹੋ ਗਿਆ ਸੀ, ਭਾਵ ਅੰਗਰੇਜ਼ਾਂ ਦਾ ਰਾਜ ਸਥਾਪਿਤ ਹੋ ਗਿਆ ਸੀ। ਸੋ ਹੁਣ ਆਪਾਂ ਅੱਜ ਦੇ ਮੁੱਖ ਟੌਪਿਕ ਪਾਰਟ 2 ਦੇ ਵਿੱਚ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਇਹਦੇ ਬਾਰੇ ਪੜ੍ਹਾਂਗੇ ਬੇਟਾ। ਇਹਦੇ ਵਿੱਚ ਵੱਖ-ਵੱਖ ਜਿਵੇਂ ਲਾਰਡ ਕਲਾਈਵ ਆਏ, ਹੈ ਨਾ, ਵਾਰਨ ਹੈਸਟਿੰਗ ਆਏ, ਲਾਰਡ ਕਾਰਨਵਾਲਿਸ, ਲਾਰਡ ਵੈਲਜ਼ਲੀ ਅਤੇ ਲਾਰਡ ਡਲਹੌਜੀ। ਇਹ ਪ੍ਰਮੁੱਖ ਜਿਹੜੇ ਅੰਗਰੇਜ਼ ਅਫਸਰ ਸੀਗੇ ਜਿਨ੍ਹਾਂ ਨੇ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਕੀਤਾ ਸੀ। ਪਰ 3 ਜਿਹੜੇ ਗਵਰਨਰ ਜਨਰਲ ਸੀ ਇਹਨਾਂ ਦੇ ਵਿੱਚੋਂ ਲਾਰਡ ਵੈਲਜ਼ਲੀ, ਦੇਖੋ ਆਪਣੇ ਕੋਲ ਲਾਰਡ ਵੈਲਜ਼ਲੀ ਆ ਗਏ, ਲਾਰਡ ਹੈਸਟਿੰਗ ਆ ਗਿਆ ਅਤੇ ਲਾਰਡ ਡਲਹੌਜੀ। ਇਹ 3 ਅਜਿਹੇ ਸੀ ਜਿਹਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਜਾਂ ਆਪਾਂ ਨੂੰ ਕਿ ਈਸਟ ਇੰਡੀਆ ਕੰਪਨੀ ਦਾ ਵਿਸਥਾਰ ਇਹਨਾਂ ਗਵਰਨਰ ਜਨਰਲਾਂ ਨੇ ਕੀਤਾ ਸੀ। ਸਭ ਤੋਂ ਪਹਿਲਾਂ ਆਪਾਂ ਅੱਗੇ ਦੇਖਦੇ ਹਾਂ ਹੁਣ ਵੀ ਇਹਨਾਂ ਦਾ ਵਿਸਥਾਰ ਦੇ ਵਿੱਚ ਸਭ ਤੋਂ ਪਹਿਲਾਂ ਆ ਗਿਆ ਲਾਰਡ ਵੈਲਜ਼ਲੀ। ਲਾਰਡ ਵੈਲਜ਼ਲੀ ਨੇ ਬੇਟਾ ਇੱਕ ਸੰਧੀ ਸ਼ੁਰੂ ਕੀਤੀ ਸੀ ਜਿਹਦਾ ਨਾਮ ਸੀ ਸਹਾਇਕ ਸੰਧੀ। ਹੁਣ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ, ਬੜਾ ਬੁਲਟ ਪੁਆਇੰਟ ਹੈ ਤੁਹਾਡੇ ਵਾਸਤੇ ਯਾਦ ਰੱਖਣ ਜੋ ਉਹਦੇ ਵਿੱਚ ਬੜਾ ਇੰਪੋਰਟੈਂਟ ਹੈ ਵੀ ਸਹਾਇਕ ਸੰਧੀ ਕਿਸ ਨੇ ਸ਼ੁਰੂ ਕੀਤੀ? ਲਾਰਡ ਵੈਲਜ਼ਲੀ ਨੇ। ਸਿੰਪਲ ਹੈ ਵੈਸੇ ਤਾਂ ਯਾਦ ਕਰਨਾ, ਪਰ ਫਿਰ ਵੀ ਛੋਟੇ ਬੱਚਿਆਂ ਵਾਸਤੇ ਇੱਕ ਟ੍ਰਿਕ ਜਿਹਾ, ਜਿਵੇਂ ਜਲੀ ਤੋਂ ਮੈਨੂੰ ਜਲ ਜਾਣਾ, ਕੋਈ ਚੀਜ਼ ਨੂੰ ਮੱਚ ਜਾਣਾ, ਹੈ ਨਾ, ਉਹਦੇ ਵਾਸਤੇ ਸਾਨੂੰ ਕਿਸੇ ਦੀ ਮਦਦ ਦੀ ਲੋੜ ਪੈਂਦੀ ਹੈ, ਸਹਾਇਤਾ ਦੀ। ਤਾਂ ਪੂਰਾ ਹਲਕਾ ਜ਼ਿਆਦਾ ਦਿਮਾਗ 'ਚ ਰੱਖੋ ਵੀ ਜਲੀ ਸਹਾਇਤਾ ਕਿਹਨੇ? ਸਹਾਇਕ ਸੰਧੀ ਕਿਹਨੇ ਬਣਾਈ? ਲਾਰਡ ਵੈਲਜ਼ਲੀ ਨੇ। ਸੋ ਇਹ ਲਾਰਡ ਵੈਲਜ਼ਲੀ ਨੇ ਇੱਕ ਸਹਾਇਕ ਸੰਧੀ ਲਾਗੂ ਕੀਤੀ ਜਿਹਦੇ ਅਨੁਸਾਰ ਕੀ ਸੀ ਵੀ ਜਿਹੜਾ ਰਾਜ ਉੱਤੇ ਇਹ ਲਾਗੂ ਕਰ ਦਿੱਤੇ ਜਾਂਦੇ ਸੀ ਉਸ ਰਾਜ ਦੇ ਵਿੱਚ ਕੋਈ ਛੋਟੇ ਵਿਦਰੋਹ ਹੁੰਦੇ ਨੇ ਜਾਂ ਅੰਦਰੂਨੀ ਕੋਈ ਵਿਦਰੋਹ ਸੀ ਜਾਂ ਬਾਹਰੀ ਕੋਈ ਹਮਲਾ ਸੀ, ਉਹ ਤੋਂ ਇਹ ਅੰਗਰੇਜ਼ ਜਿਹੜੇ ਈਸਟ ਇੰਡੀਆ ਕੰਪਨੀ ਦੀ ਫੌਜ ਹੈ ਉਹ ਪ੍ਰੋਟੈਕਟ ਕਰਿਆ ਕਰੂਗੀ। ਉਸ ਦੇ ਐਵਜ਼ ਦੇ ਵਿੱਚ ਉਸ ਰਾਜ ਨੂੰ ਇਹਨਾਂ ਦੀਆਂ ਕਿਹੜੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਸੀ? ਇੱਕ ਤਾਂ ਉਸ ਰਾਜ ਦਾ ਵਿਦੇਸ਼ੀ ਮਾਮਲਿਆਂ ਦਾ ਅਧਿਕਾਰ ਕਿਹਦਾ ਹੋ ਜਾਂਦਾ ਸੀ? ਈਸਟ ਇੰਡੀਆ ਕੰਪਨੀ ਦਾ ਹੋ ਜਾਂਦਾ ਸੀ ਵੀ ਉਹ ਕਿਸੇ ਵੀ ਵਿਦੇਸ਼ੀ ਸ਼ਾਸਕ ਨਾਲ ਵਿਦੇਸ਼ੀ ਮਾਮਲਿਆਂ ਦੇ ਉੱਤੇ ਜਿੰਨੀ ਵੀ ਉਹਦੀਆਂ ਫਾਈਨਲ ਡਿਸੀਜ਼ਨ ਲੈਣੇ ਨੇ ਉਹ ਕੌਣ ਲਊਗਾ? ਇਹ ਅੰਗਰੇਜ਼ ਲੈਣਗੇ। ਫਿਰ ਉਸ ਰਾਜ ਨੂੰ ਆਪਣੇ ਰਾਜ ਦੇ ਵਿੱਚ ਇੱਕ ਬ੍ਰਿਟਿਸ਼ ਰੈਜ਼ੀਡੈਂਸ ਰੱਖਣਾ ਪੈਂਦਾ ਸੀ, ਉਹਦਾ ਸਾਰਾ ਖਰਚਾ ਉਹਨੂੰ ਚੱਕਣਾ ਪੈਂਦਾ ਸੀ।
ਫਿਰ ਤੀਸਰਾ ਪੁਆਇੰਟ ਕਿਸੇ ਵਿਦੇਸ਼ੀ ਸ਼ਕਤੀਆਂ ਨਾਲ ਕੋਈ ਸੰਬੰਧ ਨਾ ਰੱਖਣਾ, ਕਿਸੇ ਵੀ ਫੋਰਨਰ ਉਹਦੇ ਨਾਲ ਬਾਹਰਲੇ ਵਿਦੇਸ਼ੀ ਸ਼ਕਤੀ ਨਾਲ ਕੋਈ ਇਹਨਾਂ ਦਾ ਉਸ ਰਾਜ ਦਾ ਕੋਈ ਸੰਬੰਧ ਨਹੀਂ ਰਹੂਗਾ, ਸਾਰੇ ਕੰਮਕਾਰ ਕੌਣ ਦੇਖੂਗਾ, ਆਪਣਾ ਅੰਗਰੇਜ਼ ਦੇਖਣਗੇ ਜਿਹੜੀ ਦੇ ਨਾਲ ਉਹਨਾਂ ਨੇ ਸੰਧੀ ਕੀਤੀ ਹੈ। ਤਾਂ ਇੱਕ ਹੋਰ ਕਿਸੇ ਚੌਥਾ ਪੁਆਇੰਟ, ਬਿਨਾਂ ਆਗਿਆ ਕਿਸੇ ਨਾਲ ਯੁੱਧ ਵੀ ਨਹੀਂ ਕਰ ਸਕਦੇ। ਸੋ ਭਾਵ ਦੇਖਣ ਤੋਂ ਕੀ ਲੱਗਦਾ ਹੈ ਵੀ ਉਹਨਾਂ ਨੇ ਜਦੋਂ ਇਹ ਇੱਕ ਸਹਾਇਕ ਸੰਧੀ ਕਰ ਲੈਂਦੇ ਸੀ ਕਿਸੇ ਰਾਜ ਨਾਲ, ਤਾਂ ਉਹਦੇ ਸਾਰੇ ਕੰਟਰੋਲ ਇਹਨਾਂ ਕੋਲੇ ਚਲੇ ਜਾਂਦੇ ਸੀ। ਉੱਥੋਂ ਦਾ ਜਿਹੜਾ ਸ਼ਾਸਕ ਸੀ, ਜਿਹੜਾ ਰਾਜਾ ਸੀ, ਉਹ ਇੱਕ ਕਠਪੁਤਲੀ ਬਣ ਕੇ ਰਹਿ ਜਾਂਦਾ ਸੀ, ਉਹ ਬਿਨਾਂ ਇਹਨਾਂ ਤੋਂ ਪੁੱਛੇ ਕੋਈ ਵੀ ਕੰਮ ਨਹੀਂ ਸੀ ਕਰ ਸਕਦਾ। ਹੁਣ ਲਾਰਡ ਵੈਲਜ਼ਲੀ ਨੇ ਜਿਵੇਂ ਸਭ ਤੋਂ ਪਹਿਲਾਂ ਦੇਖੋ ਹੈਦਰਾਬਾਦ ਦੇ ਉੱਤੇ ਇਹ ਸਹਾਇਕ ਸੰਧੀ ਇਹਨਾਂ ਨੇ ਲਾਗੂ ਕੀਤੀ, ਫਿਰ ਅਵਧ ਦੇ ਉੱਤੇ ਕੀਤੀ। ਇਸ ਤਰ੍ਹਾਂ ਇਹ ਹੌਲੀ ਹੌਲੀ ਜਿਹੜੀਆਂ ਸਹਾਇਕ ਸੰਧੀਆਂ ਕਰਦੇ ਗਏ ਉੱਥੋਂ ਦੇ ਰਾਜਿਆਂ ਨੂੰ। ਇਹ ਮੈਪ ਵਰਕ ਨਾਲ ਚੱਲੀ ਚਲੋ, ਇੰਡੀਆ ਦੇ ਵਿੱਚ ਲੋਕੇਸ਼ਨਸ ਦੇਖੀ ਚਲੋ ਵੀ ਕਿਹੜੀਆਂ ਸੰਧੀਆਂ ਕਿੱਥੇ ਹੋਈਆਂ ਅਤੇ ਉਹ ਰਿਆਸਤ, ਉਹ ਰਾਜਾ ਕਿੱਥੇ ਸੀ। ਬੇਟਾ ਤੁਹਾਨੂੰ ਇੰਡੀਆ ਦੇ ਵੱਖ-ਵੱਖ ਸਟੇਟਸ ਦਾ ਪਤਾ ਹੋਣਾ ਚਾਹੀਦਾ ਹੈ ਫਿਜ਼ੀਕਲੀ ਵੀ ਕਿੱਥੇ ਹੈ, ਲੋਕੇਸ਼ਨ ਉਹਨਾਂ ਦੀ ਕੀ ਹੈ। ਇਸ ਦੇ ਵਾਸਤੇ ਮੈਂ ਇੱਕ ਵੀਡੀਓ ਬਣਾਈ ਸੀ, 4 ਮਿੰਟ ਦੀ ਕੁਝ ਵੀਡੀਓ ਹੈ, ਜਿਹਦੇ ਵਿੱਚ ਇਕੱਲੀ ਸਟੇਟਸ ਨੂੰ ਆਪਾਂ ਦਿਸ਼ਾਵਾਰ ਗਵਾਂਢੀ ਦੇਸ਼ਾਂ ਦੇ ਨਾਲ, ਅਰਬ ਸਾਗਰ ਨਾਲ, ਖਾੜੀ ਬੰਗਾਲ ਨਾਲ ਕਿਹੜੀ ਸਟੇਟ ਟੱਚ ਕਰਦੀ ਹੈ, ਉਹਦੀ ਲੋਕੇਸ਼ਨ ਐਗਜ਼ੈਕਟ ਕਰਾਈ ਗਈ ਹੈ। ਸੋ ਉਹ ਇੱਕ ਵਾਰ ਵੀਡੀਓ ਦੇਖ ਲਿਓ ਤਾਂ ਜੋ ਤੁਹਾਨੂੰ ਭਾਰਤ ਦੇ ਵਿੱਚ ਕਿਹੜਾ ਰਾਜ ਕਿੱਥੇ ਹੈ, ਉਹਦੀ ਕੀ ਸਥਿਤੀ ਹੈ, ਇਹ ਯਾਦ ਹੋ ਜੇ। ਮੰਨ ਲਓ ਆਪਾਂ ਹੈਦਰਾਬਾਦ ਲੱਭਣਾ ਤਾਂ ਤੁਹਾਨੂੰ ਪਤਾ ਹੋਵੇ ਭਾਰਤ ਦੇ ਵਿੱਚ ਹੈਦਰਾਬਾਦ ਸਾਡਾ ਪੱਛਮ ਦੇ ਵਿੱਚ ਹੈ, ਤਾਂ ਅਸੀਂ ਉਹਨੂੰ ਕਿਵੇਂ ਲੱਭਣਾ ਹੈ, ਕਿੱਥੇ ਜੇ ਲੋਕੇਸ਼ਨ ਹੈ। ਸੋ ਇਹ ਸਹਾਇਕ ਸੰਧੀ ਦੇ ਵਿੱਚ ਸਭ ਤੋਂ ਪਹਿਲਾਂ ਹੈਦਰਾਬਾਦ ਨਿਜ਼ਾਮ ਨੂੰ ਲਿਆ ਉਹਨੇ, ਉਸ 'ਤੇ ਕਬਜ਼ਾ ਕੀਤਾ, ਫਿਰ ਅਵਧ ਦੇ ਵਿੱਚ ਕੀਤਾ। ਇਸ ਤਰ੍ਹਾਂ ਸਹਾਇਕ ਸੰਧੀ ਲਾਰਡ ਵੈਲਜ਼ਲੀ ਦੁਆਰਾ ਕੀਤੀ ਗਈ। ਫਿਰ 1802 ਈਸਵੀ ਦੇ ਵਿੱਚ ਇੱਕ ਪੇਸ਼ਵਾ ਬਾਜੀ ਰਾਓ ਸੀਗੇ, ਜੇ ਦੂਜੇ ਉਹਦੇ ਨਾਲ ਬਾਸੀਨ ਦੀ ਸੰਧੀ ਕੀਤੀ ਗਈ, ਬਾਸੀਨ ਵਿਖੇ ਸਹਾਇਕ ਸੰਧੀ ਕੀਤੀ ਗਈ। ਉਹਨੂੰ ਵੀ ਇਹਦੇ ਨਾਲ ਕੀ ਹੋਇਆ, ਮਰਾਠਿਆਂ ਦਾ ਲਗਭਗ ਅੰਤ ਹੋ ਗਿਆ, ਜਿਹੜੇ ਮੁੱਖ ਉਹ ਸੀਗੇ ਉਹ ਪਿੱਛੇ ਹਟ ਗਏ। ਫਿਰ ਦੇਵਗਾਓਂ ਵਿਖੇ ਇੱਕ ਸੰਧੀ ਕੀਤੀ ਗਈ, ਜਿਹਦੇ ਵਿੱਚ ਕਟਕ, ਬਲਾਸੌਰ ਪ੍ਰਦੇਸ਼ ਇਹ ਪ੍ਰਾਪਤ ਹੋਏ ਇਹਨਾਂ ਨੂੰ। ਅਹਿਮਦਨਗਰ, ਪੜੌਚ, ਗੰਗਾ ਜਮੁਨਾ ਦੇ ਵਿਚਾਲੇ ਜਿਹੜਾ ਇਲਾਕਾ ਸੀ, ਦੇਖੋ ਆਪਾਂ ਮੈਪ ਦੇ ਵਿੱਚ ਦੇਖੋ, ਮਰਾਠਿਆਂ ਨਾਲ ਸੰਧੀ ਕਰਕੇ ਸਾਰਾ ਏਰੀਆ ਕੈਪਚਰ ਕਰ ਲਿਆ। ਫਿਰ ਉਹਦੇ ਗੰਗਾ ਜਮੁਨਾ ਦੇ ਵਿਚਕਾਰਲਾ ਖੇਤਰ ਸੀ ਜਿਹੜਾ, ਇਹ ਆ ਗਿਆ। ਇੱਧਰ ਬੰਬੇ ਵਾਲੇ ਪਾਸੇ ਦਾ ਕੁਝ ਖੇਤਰ ਸੀ ਸਹਾਇਕ ਸੰਧੀ ਨਾਲ, ਇਹ ਭਾਰਤ ਦੇ ਵਿੱਚੋਂ ਇਹ ਲਾਰਡ ਵੈਲਜ਼ਲੀ ਨੇ ਕਬਜ਼ਾ ਕੀਤਾ। ਫਿਰ ਉੜੀਸਾ ਦੇ ਵਿੱਚੋਂ ਕਟਕ ਆ ਗਿਆ, ਕਟਕ ਦੇ ਉੱਪਰ ਬਲਾਸੌਰ ਆ ਗਿਆ। ਇਸ ਤਰ੍ਹਾਂ ਇਹ ਸਾਰੇ ਜਿਹੜੇ ਰਾਜ ਸੀਗੇ, ਖੇਤਰ ਸੀਗੇ, ਇਹਦੇ ਉੱਤੇ ਹੌਲੀ ਲਾਰਡ ਵੈਲਜ਼ਲੀ ਦੁਆਰਾ ਸਹਾਇਕ ਸੰਧੀ ਨਾਲ ਕਬਜ਼ਾ ਕੀਤਾ ਗਿਆ। ਫਿਰ ਕੁਝ ਸਟੇਟਸ ਦੇ ਵਿੱਚ ਇਹਨਾਂ ਦੇ ਆਪਸ 'ਚ ਲੜਾਈਆਂ ਵੀ ਹੋਈਆਂ, ਜਿਵੇਂ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੇ ਮੈਸੂਰ ਦੇ ਯੁੱਧ ਹੋਏ, ਜਿਹੜੇ ਮੁੱਖ ਸੀਗੇ ਆਪਾਂ ਜਾਣਦੇ ਹਾਂ। 1761 ਈਸਵੀ ਦੇ ਵਿੱਚ ਹੈਦਰ ਅਲੀ ਨੇ ਹੈਦਰਾਬਾਦ ਨਿਜ਼ਾਮ ਤੋਂ ਵੱਖ ਹੋ ਕੇ ਮੈਸੂਰ ਦੇ ਸੁਤੰਤਰ ਰਾਜ ਦੀ ਸਥਾਪਨਾ ਕਰ ਦਿੱਤੀ ਸੀ। ਹੁਣ ਬੇਟਾ ਇੱਕ ਮੈਪ ਦੇ ਵਿੱਚ ਤੁਸੀਂ ਦੇਖੋ, ਆ ਰਿਹਾ ਸਾਡੇ ਕੋਲੇ ਮੈਸੂਰ, ਇਹਦੇ ਉੱਪਰ ਮਰਾਠਾ ਵੀ ਨੇ ਅੰਗਰੇਜ਼। ਇਹ ਜਿਹੜੇ ਮਰਾਠਾ ਸੀਗੇ, ਇਹ ਹੈਦਰ ਅਲੀ ਨਾਲ ਇਹਨਾਂ ਦੀ ਕੋਈ ਬਹੁਤੀ ਬਣਦੀ ਨਹੀਂ ਸੀ, ਤਾਂ ਅੰਗਰੇਜ਼ ਦੁਸ਼ਮਣ ਦਾ ਦੁਸ਼ਮਣ ਕਹਿੰਦਾ ਆਪਣਾ ਦੋਸਤ ਹੋ ਜਾਂਦਾ। ਅੰਗਰੇਜ਼ਾਂ ਨੇ ਮਰਾਠਾ ਅਤੇ ਹੈਦਰਾਬਾਦ ਨਿਜ਼ਾਮ ਦੇ ਨਾਲ ਸੰਧੀ ਗੱਠਜੋੜ ਕਰ ਲਿਆ, ਸਮਝੌਤਾ ਕਰ ਲਿਆ, ਆਪਸ ਦੇ ਵਿੱਚ ਇਕੱਠੇ ਹੋ ਗਏ। ਉਹਨਾਂ ਨੇ ਪਹਿਲਾ ਮੈਸੂਰ ਦਾ ਯੁੱਧ ਛੇੜਤਾ ਆਪਣਾ 1767 ਈਸਵੀ ਦੇ ਵਿੱਚ। ਇਹਨਾਂ ਤਿੰਨਾਂ ਨੇ ਮੈਸੂਰ ਦੇ ਇਸ ਹੈਦਰ ਅਲੀ ਦੇ ਉੱਤੇ ਅਟੈਕ ਕਰਤਾ, ਪਰ ਇਹਦੇ ਵਿੱਚ ਹੈਦਰ ਅਲੀ ਦੀ ਜਿੱਤ ਹੋ ਗਈ। ਜਿੱਤਣ ਦੇ ਨਾਲ ਅੰਗਰੇਜ਼ਾਂ ਨੂੰ ਮਜਬੂਰਨ ਹੈਦਰ ਅਲੀ ਨਾਲ ਇੱਕ ਸੰਧੀ ਕਰਨੀ ਪਈ ਵੀ ਜੇਕਰ ਮਰਾਠੇ ਕੋਈ ਕੱਲ੍ਹ ਨੂੰ ਤੇਰੇ ਨਾਲ ਯੁੱਧ ਕਰਦੇ ਨੇ ਤਾਂ ਅਸੀਂ ਤੇਰੀ ਮਦਦ ਕਰਾਂਗੇ। ਲੇਟਰ ਸੂਨਰ ਫਿਰ ਉਹੀ ਗੱਲ ਹੋਈ, ਮਰਾਠਿਆਂ ਨੇ ਜਾ ਕੇ ਇਹਦੇ 'ਤੇ ਅਟੈਕ ਕਰਤਾ ਆਪਣਾ ਹੈਦਰ ਅਲੀ ਦੇ ਉੱਤੇ। 1771 ਈਸਵੀ ਦੇ ਵਿੱਚ ਮਰਾਠਿਆਂ ਨੇ ਹੈਦਰ ਅਲੀ ਉੱਤੇ ਹਮਲਾ ਕਰ ਦਿੱਤਾ, ਪਰ ਅੰਗਰੇਜ਼ਾਂ ਨਾਲ ਸੰਧੀ ਹੋਈ ਵੀ ਸੀ, ਅੰਗਰੇਜ਼ਾਂ ਨੇ ਸਹਾਇਤਾ ਕਰਨ ਤੋਂ ਮੁੱਕਰ ਗਏ, ਆਪਦੀ ਸੰਧੀ ਤੋੜ ਲਈ, ਤਾਂ ਇਹ ਯੁੱਧ ਚੱਲਦਾ ਰਿਹਾ। 1780 ਈਸਵੀ ਦੇ ਵਿੱਚ ਮੈਸੂਰ ਦਾ ਦੂਸਰਾ ਯੁੱਧ ਹੋਇਆ ਅੰਗਰੇਜ਼ਾਂ ਅਤੇ ਮੈਸੂਰ ਦੇ ਇਹ ਸ਼ਾਸਕ ਹੈਦਰ ਅਲੀ ਦੇ ਵਿੱਚ। ਇਹ ਯੁੱਧ ਦੇ ਦੌਰਾਨ ਹੀ 1780 ਦੇ ਵਿੱਚ ਹੈਦਰ ਅਲੀ ਦੀ ਮੌਤ ਹੋ ਗਈ। ਹੁਣ ਮੌਤ ਹੋ ਗਈ ਤਾਂ ਮੌਤ ਹੋਣ ਤੋਂ ਮਗਰੋਂ ਉਸ ਦਾ ਪੁੱਤਰ ਟੀਪੂ ਸੁਲਤਾਨ, ਟਾਈਗਰ ਆਫ ਜਿਹਨੂੰ ਆਪਾਂ ਮੈਸੂਰ ਦਾ ਟਾਈਗਰ ਬੋਲਦੇ ਸੀ, ਉਹ ਸੱਤਾ ਦੇ ਉੱਤੇ ਆ ਗਿਆ। ਉਹਨੇ ਇਹ ਯੁੱਧ ਬੰਦ ਨਹੀਂ ਹੋਣ ਦਿੱਤਾ, ਕੰਟੀਨਿਊ ਰੱਖਿਆ। ਤਾਂ ਥੱਕ ਕੇ 1784 ਈਸਵੀ ਵਿੱਚ ਅੰਗਰੇਜ਼ਾਂ ਨੂੰ ਇੱਕ ਬੰਗਲੌਰ ਦੀ ਸੰਧੀ ਕਰਨੀ ਪਈ ਟੀਪੂ ਸੁਲਤਾਨ ਦੇ ਨਾਲ, ਤਾਂ ਇਹ ਯੁੱਧ ਸੰਧੀ ਨਾਲ ਸਮਾਪਤ ਹੋ ਗਿਆ। ਉਸ ਤੋਂ ਮਗਰੋਂ ਇਹਨਾਂ ਦਾ ਕੰਮ ਚੱਲਦਾ ਰਿਹਾ। ਪਰ 1799 ਈਸਵੀ ਵਿੱਚ ਜਦੋਂ ਅੰਗਰੇਜ਼ ਥੋੜ੍ਹੇ ਸ਼ਕਤੀਸ਼ਾਲੀ ਹੋਰ ਹੋਏ, ਤਾਂ ਇਹਨਾਂ ਨੇ ਲਾਰਡ ਵੈਲਜ਼ਲੀ ਨੇ ਇਹਦੇ 'ਤੇ ਅਟੈਕ ਕਰਤਾ ਟੀਪੂ ਸੁਲਤਾਨ ਦੇ ਉੱਤੇ। ਅਤੇ 1799 ਦੇ ਵਿੱਚ ਦੇਖੋ ਸਟੇਟ ਹੈ ਆਪਣੇ ਕਰਨਾਟਕ ਸਟੇਟ ਦੇ ਵਿੱਚ ਨੀਚੇ ਜਾ ਰਿਹਾ ਆਪਣੇ ਕੋਲੇ ਮੈਸੂਰ ਰਾਜ। ਮੈਸੂਰ ਹੈ, ਜਿਹੜਾ ਆਪਣੇ ਕੋਲੇ ਸ਼੍ਰੀ ਰੰਗ ਨਾਗਾਪਟਨਮ ਸੀਗਾ। ਇੱਥੇ ਯੁੱਧ ਦੇ ਦੌਰਾਨ ਟੀਪੂ ਸੁਲਤਾਨ ਦੀ ਮੌਤ ਹੋ ਗਈ ਅਤੇ ਇਹਦੇ ਉੱਤੇ ਸਾਰਾ ਮੈਸੂਰ ਰਾਜ ਦੇ ਉੱਤੇ ਫਿਰ ਅੰਗਰੇਜ਼ਾਂ ਦਾ ਸ਼ਾਸਨ ਕਰਨਾ ਹੋ ਗਿਆ। ਇਸ ਤਰ੍ਹਾਂ ਯੁੱਧਾਂ ਰਾਹੀਂ ਵੀ ਇਹਨਾਂ ਨੇ ਆਪਣਾ ਐਕਸਟੈਂਸ਼ਨ ਕੀਤੀ। ਅਤੇ ਫਿਰ 1815 ਦੇ ਵਿੱਚ ਜਿਹੜਾ ਲਾਰਡ ਹੈਸਟਿੰਗ ਸੀਗਾ, ਇਹਨਾਂ ਨੇ ਗੋਰਖਾ ਨੂੰ ਹਰਾ ਦਿੱਤਾ। ਬਹੁਤ ਸਾਰੇ ਇਹਨਾਂ ਦੇ ਕਬਜ਼ਿਆਂ ਉੱਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ। ਮਜਬੂਰ ਹੋ ਕੇ ਨੇਪਾਲ ਦੀ ਸਰਕਾਰ ਨੂੰ ਕਾਠਮੰਡੂ ਵਿਖੇ ਇੱਕ ਬ੍ਰਿਟਿਸ਼ ਰੈਜ਼ੀਡੈਂਸ ਵੀ ਰੱਖਣਾ ਪਿਆ। ਇਸ ਤਰ੍ਹਾਂ ਵੱਖ-ਵੱਖ
ਥਾਵਾਂ 'ਤੇ ਯੁੱਧਾਂ ਰਾਹੀਂ, ਕੋਈ ਨੀਤੀਆਂ ਰਾਹੀਂ ਅੰਗਰੇਜ਼ਾਂ ਨੇ ਆਪਣਾ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦਾ ਵਿਸਥਾਰ ਕੀਤਾ। ਫਿਰ ਆ ਲਾਰਡ ਹੈਂਸਟਿੰਗ ਦੀ ਗੱਲ ਆਉਂਦੀ ਹੈ ਵੀ ਇਹ ਸਮੇਂ ਜਿਹੜੀ ਜੈਪੁਰ ਉੱਤਰ ਆਪਣਾ ਸੀਗਾ ਰਾਜਸਥਾਨ, ਉੱਥੋਂ ਦੀਆਂ ਬੜੀਆਂ ਰਿਆਸਤਾਂ ਨੇ ਇਹਨਾਂ ਦੇ ਸੰਧੀਆਂ ਕਰਕੇ ਇਹਨਾਂ ਦੀ ਅਧੀਨਤਾ ਮੰਨ ਲਈਆਂ। ਦੇਖੋ ਰਾਜਸਥਾਨ ਆ ਗਿਆ, ਰਾਜਸਥਾਨ ਦੇ ਵਿੱਚ ਜੈਪੁਰ, ਜੋਧਪੁਰ, ਉਦੈਪੁਰ, ਇਹ ਕਈ ਰਿਆਸਤਾਂ ਅਜਿਹੀਆਂ ਸੀ ਜਿਨ੍ਹਾਂ ਨੇ ਉਦੈਪੁਰ ਆ ਗਿਆ, ਬੀਕਾਨੇਰ ਆ ਗਿਆ, ਇਹ ਸਾਰੀਆਂ ਨੇ ਅੰਗਰੇਜ਼ਾਂ ਨਾਲ ਸੰਧੀਆਂ ਕਰਕੇ ਇਹਨਾਂ ਦੀ ਅਧੀਨਤਾ ਸਵੀਕਾਰ ਕਰ ਲਈ। ਇਸ ਸਮੇਂ ਲਾਰਡ ਹੈਂਸਟਿੰਗ ਸੀਗਾ ਜਿਹੜਾ ਉਹ ਗਵਰਨਰ ਜਨਰਲ ਸੀ। ਇਸ ਤੋਂ ਮਗਰੋਂ ਲਾਰਡ ਵਿਲੀਅਮ ਬੈਂਟਿੰਗ ਨੇ ਕੱਛ ਉਹੀ ਆਪਣਾ ਆ ਗਿਆ ਗੁਜਰਾਤ ਦਾ ਏਰੀਆ, ਮੈਸੂਰ ਅਤੇ ਕੁਰਗ ਆਦਿ ਅਧਿਕਾਰਾਂ ਕਰ ਲਿਆ। ਆ ਦੇਖੋ ਆਪਣੇ ਕੋਲ ਆ ਗਿਆ ਕੱਛ ਦਾ ਏਰੀਆ ਆ ਗਿਆ। ਇਹ ਇੰਡੀਆ ਦੇ ਵਿੱਚ ਜਿਹੜਾ ਆਪਣਾ ਮੈਪ ਆਉਂਦਾ ਨਾ, ਗੁਜਰਾਤ ਦਾ ਉੱਪਰਲਾ ਪੋਰਸ਼ਨ ਹੈ ਕੱਛ, ਇੱਥੇ ਵੀ ਇਹਨਾਂ ਨੇ ਸੰਧੀਆਂ ਦੇ ਰਾਹੀਂ ਅੰਗਰੇਜ਼ ਈਸਟ ਇੰਡੀਆ ਕੰਪਨੀ ਦਾ ਵਿਸਤਾਰ ਹੋ ਗਿਆ, ਸ਼ਾਸਨ ਕਾਇਮ ਹੋ ਗਿਆ। ਲਾਰਡ ਹੈਂਡਿੰਗ ਨੇ ਸਿੱਖਾਂ ਨੂੰ ਪਹਿਲੇ ਐਂਗਲੋ ਸਿੱਖ ਯੁੱਧ ਸੀ ਜਿਹੜਾ ਹੋਇਆ ਆਪਣਾ, ਪਹਿਲਾ ਐਂਗਲੋ ਸਿੱਖ ਯੁੱਧ ਹੋਇਆ ਸੀ, ਉਹਦੇ ਵਿੱਚ ਲਾਰਡ ਹਾਰਡਿੰਗ ਨੇ ਉਹਦੇ ਵਿੱਚ ਹਰਾ ਕੇ ਉਹਨਾਂ ਨੇ ਜਲੰਧਰ, ਫਿਰ ਉੱਪਰ ਹਿਮਾਚਲ ਪ੍ਰਦੇਸ਼, ਕਾਂਗੜੇ ਤੋਂ ਇੱਧਰਲੇ ਪਾਸੇ ਆ ਗਿਆ ਉੱਪਰ ਕਸ਼ਮੀਰ, ਇਹ ਸਾਰੇ ਖੇਤਰ ਉਹਦੇ ਉੱਤੇ ਇਹਨਾਂ ਦਾ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ। ਹੁਣ ਆਪਾਂ ਗੱਲ ਕਰਦੇ ਹਾਂ ਦੂਸਰਾ ਜਿਹੜਾ ਇਹਨਾਂ ਦਾ ਪ੍ਰਮੁੱਖ ਸੀਗਾ ਲਾਰਡ ਡਲਹੌਜੀ। ਇਹ ਵੀ ਬੜਾ ਕਰੂਰ ਇੱਕ ਸੀ ਜਿਹਨੇ ਆਪਣੀ ਚਲਾਕੀਆਂ ਨਾਲ, ਆਪਣੀ ਸ਼ਕਤੀ ਨਾਲ ਈਸਟ ਇੰਡੀਆ ਕੰਪਨੀ ਦਾ ਵਿਸਤਾਰ ਕੀਤਾ, ਜਿਹਦੇ ਜਿੱਤਾਂ ਦੁਆਰਾ, ਲੈਪਸ ਦੀ ਨੀਤੀ ਦੁਆਰਾ, ਭੈੜੇ ਸ਼ਾਸਨ ਪ੍ਰਬੰਧ ਦੇ ਆਧਾਰ 'ਤੇ ਕੀਤਾ, ਖਿਤਾਬਾਂ ਅਤੇ ਪੈਨਸ਼ਨਾਂ ਨੂੰ ਬੰਦ ਕਰਕੇ, ਭਾਵ ਜਿੰਨੇ ਵੀ ਸਾਮ ਦਾਮ ਦੰਡ ਵੇਦ ਇਹਨਾਂ ਤੋਂ ਹੋਏ, ਇਸ ਬੰਦੇ ਨੇ ਈਸਟ ਇੰਡੀਆ ਕੰਪਨੀ ਦੇ ਵਿਸਤਾਰ ਲਈ ਸਾਰੇ ਉਹ ਅਪਣਾਏ। ਅਤੇ ਜਿਹਦੀ ਵਿਆਖਿਆ ਆਪਾਂ ਦੇਖਦੇ ਹਾਂ। ਇਹ ਸਭ ਤੋਂ ਪਹਿਲਾਂ ਤਾਂ ਕੀ ਹੋਇਆ, ਇਹਦਾ ਇੱਕ ਯੁੱਧ ਇਹਨੇ ਕੀਤਾ ਸੀ। ਦੂਸਰਾ ਐਂਗਲੋ ਸਿੱਖ ਯੁੱਧ ਹੋਇਆ ਸੀ 1848-49 ਈਸਵੀ ਦੇ ਵਿੱਚ, ਜਿਹਦੇ ਵਿੱਚ ਲਾਰਡ ਡਲਹੌਜੀ ਨੇ ਸਿੱਖਾਂ ਨੂੰ ਹਰਾ ਕੇ 29 ਮਾਰਚ 1849 ਨੂੰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲ ਕਰ ਲਿਆ। ਬੇਟਾ ਦੇਖੋ, ਪੰਜਾਬ ਦੇ ਵਿੱਚ ਅੰਗਰੇਜ਼ ਸਭ ਤੋਂ ਬਾਅਦ 'ਚ ਪਹੁੰਚੇ ਸੀ। ਦੇਖਿਓ ਇੱਧਰੋਂ ਪੱਛਮੀ ਬੰਗਾਲ ਤੋਂ ਸ਼ੁਰੂ ਕਰਕੇ ਉੜੀਸਾ, ਬਿਹਾਰ, ਫਿਰ ਨਿਚਲੇ ਵਾਲੇ ਪਾਸੇ ਗਏ, ਇੱਧਰੋਂ ਆਪਣੇ ਮਦਰਾਸ ਵਾਲੇ ਪਾਸੇ ਗਏ, ਬੰਬੇ ਆ ਗਿਆ, ਇੱਧਰਲੇ ਪਾਸੇ ਗੁਜਰਾਤ ਵਾਲੇ ਪਾਸੇ ਆ ਗਿਆ, ਮੱਧ ਦੇ ਵਿੱਚ ਆ ਗਏ, ਅਬਦ ਵਾਲੀ ਸਾਈਡ 'ਤੇ ਗਏ। ਭਾਵ ਜਿਹੜਾ ਇਹ ਪੰਜਾਬ ਦਾ ਏਰੀਆ ਸੀ ਇਹਨਾਂ ਦੇ ਹੱਥ ਸਭ ਤੋਂ ਬਾਅਦ ਲੱਗਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 'ਚ ਹੋਈ ਸੀ। ਫਿਰ ਉਹਨਾਂ ਦੇ ਜਿਹੜੇ ਉੱਤਰਾਧਿਕਾਰੀ ਸੀ ਉਹਨਾਂ ਨਾਲ ਯੁੱਧ ਜਦ ਹੁੰਦੇ ਰਹੇ ਇਹਨਾਂ ਦੇ ਕਾਫੀ। ਤਾਂ 29 ਮਾਰਚ ਯਾਦ ਰੱਖਣਾ ਹੈ, ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਮਿਲਾਇਆ ਗਿਆ? 29 ਮਾਰਚ 1849 ਈਸਵੀ ਨੂੰ ਮਿਲਾਇਆ ਗਿਆ ਸੀ। ਕਿਹਨੇ ਮਿਲਾਇਆ ਸੀ? ਲਾਰਡ ਡਲਹੌਜੀ ਨੇ ਮਿਲਾਇਆ ਸੀ। ਇਹ ਯਾਦ ਰੱਖਣਾ ਬੜਾ ਇੰਪੋਰਟੈਂਟ ਹੈ। ਲਾਰਡ ਡਲਹੌਜੀ ਨੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ 29 ਮਾਰਚ 1849 ਨੂੰ ਮਿਲਾ ਲਿਆ ਸੀ ਯੁੱਧ ਕਰਕੇ। ਸੈਕਿੰਡ ਜਿਹੜਾ ਆਪਣਾ ਸੀਗਾ ਸਿੱਖ ਅਤੇ ਐਂਗਲੋ ਸਿੱਖ ਯੁੱਧ ਹੋਇਆ ਸੀ ਉਹਦਾ ਨਤੀਜਾ ਸੀ ਇਹ। ਇਸ ਤੋਂ ਮਗਰੋਂ 1850 ਦੇ ਵਿੱਚ ਉਸਨੇ ਸਿੱਕਿਮ, ਆ ਦੇਖੋ ਭਾਰਤ ਦੇ ਵਿੱਚ ਪੂਰਬੀ ਪ੍ਰਾਂਤਾਂ ਦੇ ਵਿੱਚ ਹੈ ਸਿੱਕਿਮ, ਉੱਪਰ ਛੋਟਾ ਜਿਹਾ ਪ੍ਰਾਂਤ ਹੈ, ਇੱਧਰ ਵੀ ਦੇਖ ਸਕਦੇ ਹੋ ਤੁਸੀਂ, ਇੱਕ ਪਾਸੇ ਭੂਟਾਨ ਹੈ, ਇੱਕ ਪਾਸੇ ਨੇਪਾਲ ਹੈ, ਫਿਰ ਉੱਪਰਲੇ ਪਾਸੇ ਤਿੱਬਤ ਆ ਗਿਆ। ਫਿਰ ਭਾਰਤ ਦੇ ਵਿੱਚ ਬਚਿਆ ਇੱਕ ਛੋਟਾ ਜਿਹਾ, ਜਿਹਨੂੰ ਅੱਜ ਦੇ ਸਮੇਂ ਦੇ ਵਿੱਚ ਜੇ ਹੁਣ ਮੌਜੂਦਾ ਦੇਖੀਏ ਤਾਂ ਭਾਰਤ ਦਾ ਸਭ ਤੋਂ ਛੋਟਾ ਹੈ ਨਾ ਪਾਪੂਲੇਟਡ, ਜਿੱਥੇ ਸਭ ਤੋਂ ਘੱਟ ਦੀ ਪਾਪੂਲੇਸ਼ਨ ਹੈ। ਇਸ ਨੂੰ 1850 ਦੇ ਵਿੱਚ ਹੀ ਲਾਰਡ ਡਲਹੌਜੀ ਨੇ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾਇਆ ਸੀ। ਤਾਂ ਇਹ ਤਾਂ ਸੀਗਾ ਯੁੱਧਾਂ ਦੇ ਰਾਹੀਂ, ਹੈ ਨਾ। ਇੱਕ 1852 ਦੇ ਵਿੱਚ ਲਾਰਡ ਡਲਹੌਜੀ ਨੇ ਪੋਰੋਮ ਅਤੇ ਪੀਕੂ ਨਾਮ ਦੇ ਜਿਹੜੇ ਸਥਾਨ ਸੀਗੇ ਉਹਨਾਂ ਨੂੰ ਵੀ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਿਆ। ਹੁਣ ਆ ਗਿਆ ਬੇਟਾ ਇੱਕ ਬੜਾ ਹੀ ਇੰਪੋਰਟੈਂਟ ਪੁਆਇੰਟ ਹੈ, ਲੈਪਸ ਦੀ ਨੀਤੀ। ਇਹ ਲਾਰਡ ਡਲਹੌਜੀ ਦੁਆਰਾ ਚਲਾਈ ਗਈ ਸੀ, ਇਹਨੂੰ ਯਾਦ ਰੱਖਣਾ ਹੈ। ਇਸ ਨੀਤੀ ਨੇ ਭਾਰਤ ਦਾ ਇਤਿਹਾਸ ਅਤੇ ਉਸ ਸਮੇਂ ਭਾਰਤ ਦੇ ਫਿਊਚਰ ਲਈ ਬੜਾ ਕੰਮ ਸ਼ੁਰੂ ਕੀਤਾ ਸੀ। ਇਸ ਨੀਤੀ ਦੇ ਸਦਕਾ ਹੀ ਬਾਅਦ ਦੇ ਵਿੱਚ ਜਾ ਕੇ 1857 ਈਸਵੀ ਦਾ ਵਿਦਰੋਹ ਹੋਇਆ ਸੀ। ਦੇਖੋ ਕਹਿੰਦਾ ਇਸ ਨੀਤੀ ਦੇ ਅਨੁਸਾਰ ਜਿਹੜੇ ਭਾਰਤੀ ਸ਼ਾਸਕ ਦੀ ਆਪਣੀ ਕੋਈ ਸੰਤਾਨ ਨਹੀਂ ਸੀ ਹੁੰਦੀ, ਉਸ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਸੀ। ਜੇਕਰ ਅਜਿਹੇ ਸ਼ਾਸਕ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਜਾਂਦਾ ਸੀ। ਭਾਵ ਜਿਹਦੀ ਕੋਈ ਆਪਣੀ ਸੰਤਾਨ ਨਹੀਂ ਹੈ ਉਸ ਨੂੰ ਪਹਿਲੀ ਗੱਲ ਤਾਂ ਗੋਦ ਲੈਣ ਦੀ ਕੋਈ ਪ੍ਰੋਵੀਜ਼ਨ ਨਹੀਂ ਸੀ। ਜੇ ਉਹ ਕੋਈ ਗੋਦ ਲੈ ਲੈਂਦੇ ਸੀ ਤਾਂ ਉਹਨੂੰ ਉਹਦਾ ਵਾਰਸ ਨਹੀਂ ਮੰਨਿਆ ਜਾਂਦਾ ਸੀ। ਉਸ ਸ਼ਾਸਕ ਦੀ ਮੌਤ ਤੋਂ ਮਗਰੋਂ ਉਸ ਨੂੰ ਉਸਦਾ ਉੱਤਰਾਧਿਕਾਰੀ ਨਹੀਂ ਬਣਾਇਆ ਜਾਂਦਾ ਸੀ। ਉਹ ਸਾਰੇ ਦਾ ਸਾਰਾ ਜਿਹੜਾ ਰਾਜ ਸੀਗਾ ਉਹ ਅੰਗਰੇਜ਼ੀ ਸਾਮਰਾਜ ਦੇ ਵਿੱਚ ਸਥਾਪਿਤ ਕਰ ਲਿਆ ਜਾਂਦਾ ਸੀ। ਇਸ ਤਰ੍ਹਾਂ ਇਹ ਕਿਹਨੇ ਅਡੋਪਟ ਕੀਤੀ? ਲਾਰਡ ਡਲਹੌਜੀ ਨੇ। ਤਾਂ ਸਤਾਰਾ, ਸੰਬਰਪੁਰ, ਬਾਲਘਾਟ, ਬਘਾਟ, ਉਦੈਪੁਰ, ਝਾਂਸੀ ਦੀ ਰਾਣੀ ਵਾਲੀ ਜਿਹੜੀ ਕਹਾਣੀ ਆਉਂਦੀ ਹੈ ਨਾ ਆਪਣੇ ਕੋਲ, ਖੂਬ ਲੜੀ ਮਰਦਾਨੀ ਵੋ ਤੋਂ ਝਾਂਸੀ ਵਾਲੀ ਰਾਣੀ ਥੀ, ਝਾਂਸੀ ਦੀ ਰਾਣੀ, ਇਹਨੂੰ ਵੀ ਇਹਦੇ ਅਡੋਪਟਡ ਪੁੱਤਰ ਸੀ ਜਿਹੜਾ ਆਈ ਥਿੰਕ ਇਹਦੀ ਜਠਾਣੀ ਦਾ ਮੁੰਡਾ ਸੀ, ਉਹ ਵੀ ਉਹਨਾਂ ਨੇ ਇਹਦਾ ਵਾਰਸ ਨਹੀਂ ਮੰਨਿਆ ਸੀ। ਤਾਂ ਉਹਨੂੰ ਆਪਣਾ ਸ਼ਾਸਕ ਪ੍ਰਾਪਤ ਕਰਨ ਲਈ ਅੰਗਰੇਜ਼ਾਂ ਨਾਲ ਯੁੱਧ ਕਰਨਾ ਪਿਆ ਸੀ। ਸੋ ਲੈਪਸ ਦੀ ਨੀਤੀ ਕਿਹਨੇ ਅਡੋਪਟ ਕੀਤੀ ਸੀ? ਲਾਰਡ ਡਲਹੌਜੀ ਨੇ ਕੀਤੀ ਸੀ। ਆਹ ਦੇਖੋ ਇਹ ਲੈਟਰ ਹੈ, ਦਿਸ ਇਜ਼ ਦਾ ਓਰੀਜਨਲ ਲੈਟਰ, ਹੈ ਨਾ। ਲੈਪਸ ਦੀ ਨੀਤੀ ਜਿਹੜੀ ਉਸ ਸਮੇਂ
ਜਾਰੀ ਕੀਤੀ ਗਈ ਸੀ। ਦੇਖੋ ਇਹ ਉਹਦਾ ਲੈਟਰ ਹੈ ਜਿਹਨੂੰ ਪਾਲਕ ਕਰਨ ਉਹਨੇ ਅਡੋਪਟ ਕਰਕੇ ਵੱਖ-ਵੱਖ, ਦੇਖੋ ਆ ਝਾਂਸੀ ਆ ਗਿਆ ਸਾਡੇ ਕੋਲੇ, ਉੱਤਰ ਪ੍ਰਦੇਸ਼ ਦੇ ਵਿੱਚ ਹੈ ਝਾਂਸੀ, ਉੱਤਰ ਪ੍ਰਦੇਸ਼ ਦਾ ਪੁਆਇੰਟ ਜਿਹੜਾ ਹੈ ਨਾ, ਮੱਧ ਪ੍ਰਦੇਸ਼ ਦੇ ਵਿੱਚ ਘਰ ਦੀ ਸੀ ਆ ਝਾਂਸੀ ਪੁਆਇੰਟ ਆ ਗਿਆ ਸਾਡੇ ਕੋਲੇ। ਇਹ ਇੱਥੋਂ ਦੇ ਸ਼ਾਸਕ ਨੂੰ ਇਹਨਾਂ ਨੇ ਦੇ ਵਿੱਚ ਅਡੋਪਟ ਲੈਪਸ ਦੀ ਨੀਤੀ ਰਾਹੀਂ ਕੀਤਾ ਗਿਆ ਸੀ। ਫਿਰ 17 ਮਹਾਰਾਸ਼ਟਰ ਦੇ ਵਿੱਚ ਆ ਗਿਆ ਹੈ ਨਾ, ਇੱਧਰਲੇ ਪਾਸੇ ਸੰਬਲਪੁਰ ਆ ਗਿਆ ਉੜੀਸਾ ਦੇ ਵਿੱਚ, ਅਤੇ ਆ ਉਦੈਪੁਰ ਆ ਗਿਆ ਰਾਜਸਥਾਨ ਦਾ। ਸੋ ਇਸ ਤਰ੍ਹਾਂ ਲੈਪਸ ਦੀ ਨੀਤੀ ਅਨੁਸਾਰ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿੱਚੋਂ ਵੱਖ-ਵੱਖ ਰਿਆਸਤਾਂ ਨੂੰ ਲਾਰਡ ਡਲਹੌਜੀ ਨੇ ਲੈਪਸ ਦੀ ਨੀਤੀ ਦੇ ਅਧੀਨ ਉਹਨਾਂ ਦੇ ਸ਼ਾਸਕ ਦੇ ਉੱਤੇ ਕਬਜ਼ਾ ਕੀਤਾ, ਹੜਪ ਲਿਆ। ਕੁਝ ਸ਼ਾਸਕਾਂ ਨੂੰ ਬਾਅਦ ਦੇ ਵਿੱਚ ਉਹਨਾਂ ਦੇ ਜਿਹਨਾਂ ਦੇ ਬੱਚੇ ਬਾਹਰ ਪੜ੍ਹਨ ਗਏ ਵਿਦੇਸ਼ਾਂ ਦੇ ਵਿੱਚ, ਜਦੋਂ ਵਾਪਸ ਆਏ ਤਾਂ ਉਹ ਵੀ ਲੈਪਸ ਨੀਤੀ ਦਾ ਸ਼ਿਕਾਰ ਹੋਏ, ਪਰ ਬਾਅਦ ਵਿੱਚ ਉਹਨੂੰ ਕੁਝ ਰਿਆਸਤਾਂ ਨੂੰ ਵਾਪਸ ਵੀ ਕਰ ਦਿੱਤੀਆਂ ਗਈਆਂ ਸੀ ਉਹਨਾਂ ਦੇ ਸ਼ਾਸਕ। ਪਰ ਲੈਪਸ ਦੀ ਨੀਤੀ ਦੇ ਅਨੁਸਾਰ ਭਾਰਤ ਦੇ ਬਹੁਤੇ ਸ਼ਾਸਕਾਂ ਦਾ ਜਿਹੜਾ ਸਾਮਰਾਜ ਸੀ, ਜਿਹੜਾ ਉਹਨਾਂ ਦਾ ਏਰੀਆ ਸੀ, ਉਹ ਸਾਰਾ ਅੰਗਰੇਜ਼ਾਂ ਨੇ ਆਪਦੇ ਕਬਜ਼ੇ ਵਿੱਚ ਲੈ ਲਿਆ ਸੀ। ਤਾਂ ਉਰੇ ਯਾਦ ਰੱਖਣਾ ਹੈ ਵੀ ਲੈਪਸ ਨੀਤੀ ਕਿਸ ਨੇ ਚਲਾਈ ਸੀ? ਲਾਰਡ ਡਲਹੌਜੀ ਨੇ ਚਲਾਈ ਸੀ। ਸੋ ਇਸ ਤੋਂ ਅੱਗੇ ਆਪਾਂ ਦੇਖਦੇ ਹਾਂ। ਫਿਰ ਸੀਗਾ ਭੈੜੇ ਸ਼ਾਸਨ ਪ੍ਰਬੰਧ। ਹਾਂ ਬੇਟਾ, ਇਹ ਵੀ ਬੜਾ ਇੰਪੋਰਟੈਂਟ ਪ੍ਰਬੰਧ। ਲਾਰਡ ਡਲਹੌਜੀ ਨੇ 1856 ਈਸਵੀ ਵਿੱਚ ਅਵਧ ਦੇ ਭੈੜੇ ਸ਼ਾਸਨ ਦਾ ਪ੍ਰਬੰਧ ਦਾ ਦੋਸ਼ ਲਾ ਕੇ ਇਸ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸਥਾਪਿਤ ਕਰ ਲਿਆ। 1856 ਈਸਵੀ। ਆਹ ਦੇਖੋ, ਆਹ ਆ ਗਏ ਸਾਡੇ ਅਵਧ ਦੇ ਨਵਾਬ ਸੀਗੇ ਵਾਜਿਦ ਅਲੀ ਸ਼ਾਹ। ਆਹ ਬੰਦਾ ਸੀ ਵਾਜਿਦ ਅਲੀ ਸ਼ਾਹ, ਅਵਧ ਦਾ ਨਵਾਬ। ਆਹ ਦੇਖੋ ਬੇਟਾ, ਆਹ ਆ ਗਿਆ ਅਵਧ। ਅਵਧ ਦਾ ਨਾਮ ਸੁਣਿਆ ਨਾ ਤੁਸੀਂ? ਅਵਧ, ਅਯੋਧਿਆ ਹੈ ਨਾ, ਇਹ ਹਾਂ ਸ਼੍ਰੀ ਰਾਮ ਜਨਮ ਭੂਮੀ ਨਾਲ ਸੰਬੰਧਿਤ ਸਥਾਨ ਹੈ ਅਵਧ। ਬੜੀ ਹੀ ਅਮੀਰ ਰਿਆਸਤ ਸੀ ਜੀ, ਇਹਦੇ ਕੋਲ ਬੜਾ ਧਨ ਦੌਲਤ ਸੀ। ਇਹ ਬੰਦਾ ਬੜਾ ਅਮੀਰ ਸੀ, ਅੰਗਰੇਜ਼ਾਂ ਦਾ ਵੀ ਵਫਾਦਾਰ ਸੀ, ਅਤੇ ਅੰਗਰੇਜ਼ਾਂ ਦੀ ਇਹ 'ਤੇ ਨਿਗਾਹ ਰਹਿੰਦੀ ਸੀ ਇਹਦੀ ਪ੍ਰੋਪਰਟੀ ਦੇ ਉੱਤੇ, ਇੱਥੋਂ ਦੀ ਅਮੀਰੀ ਦੇ ਉੱਤੇ, ਇੱਥੋਂ ਦੀ ਇਹਦੀ ਟੈਰੀਟਰੀ ਸੀ ਉਹਦੇ ਉੱਤੇ ਅੰਗਰੇਜ਼ਾਂ ਦਾ ਬੜਾ ਨਿਗਾਹ ਸੀ। ਤਾਂ ਨਵਾਬ ਸੀ ਬਈ, ਹੈ ਨਾ, ਨਵਾਬ ਸੀ ਤਾਂ ਨਵਾਬਾਂ ਦੀਆਂ ਸ਼ੌਂਕ ਵੀ ਹੁੰਦੇ ਨੇ। ਤਾਂ ਉਹ ਕੁਝ ਇਹਦੇ ਅਜਿਹੇ ਸ਼ੌਂਕਾਂ ਨੂੰ ਦੇਖਦੇ ਹੋਏ ਉਹਨਾਂ ਨੇ ਇੱਕ ਝੂਠਾ ਜਿਹਾ ਇਲਜ਼ਾਮ ਲਾ ਕੇ, ਹੈ ਨਾ, ਵੀ ਇਹਦਾ ਸ਼ਾਸਨ ਪ੍ਰਬੰਧ ਬੜਾ ਮਾੜਾ ਹੈ ਨਾ, ਭੈੜਾ ਸ਼ਾਸਨ ਪ੍ਰਬੰਧ ਹੈ, ਤਾਂ ਉਹਨਾਂ ਨੇ ਇਹਨੂੰ ਅਵਧ ਨੂੰ ਆਪਦੇ ਸਾਮਰਾਜ ਦੇ ਵਿੱਚ ਸਥਾਪਿਤ ਕਰ ਲਿਆ। ਬੇਟਾ ਹਿਸਟਰੀ ਦੇ ਵਿੱਚ ਇੱਕ ਨਾ ਪੁਆਇੰਟ ਆਉਂਦਾ ਇਸ ਬੰਦੇ ਦਾ, ਮੁਸਲਮਾਨ ਸੀ ਇਹ, ਹੈ ਨਾ, ਨਵਾਬ ਵਾਜਿਦ ਅਲੀ ਸ਼ਾਹ। ਮੁਸਲਮਾਨ ਇੱਕ ਰਾਜਾ ਸੀ। ਰਾਜ ਕਿੱਥੇ ਕਰਦਾ ਸੀ? ਅਵਧ ਦੇ ਉੱਤੇ। ਅਵਧ ਦਾ ਹੁਣ ਤੁਹਾਨੂੰ ਮੈਂ ਨਾਮ ਦੱਸ ਕੇ ਚੁੱਕਿਆ, ਅਯੋਧਿਆ ਨਾਲ ਸੰਬੰਧਿਤ ਸੀ। ਸੋ ਪਹਿਲੀ ਵਾਰ ਜਦੋਂ 1840s 1850s ਦੇ ਵਿੱਚ ਅਯੋਧਿਆ ਦਾ ਮਸਲਾ ਉੱਠਿਆ, ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਦਾ ਮਸਲਾ ਉੱਠਿਆ, ਤਾਂ ਇਹਦੇ ਕੋਲੇ ਇਹ ਕੇਸ ਗਿਆ, ਕਿਉਂਕਿ ਰਾਜਾ ਸੀ, ਇਹਦੇ ਦਰਬਾਰ 'ਚ ਜਾਣਾ ਹੀ ਸੀ। ਤਾਂ ਮੁਸਲਮਾਨ ਅਤੇ ਹਿੰਦੂ ਲੋਕਾਂ ਨੇ ਇਹਦੇ ਕੋਲੇ ਗਏ ਤਾਂ ਕਹਿੰਦੇ ਵੀ ਦੱਸੋ ਜੀ ਰਾਜਾ ਜੀ, ਵੀ ਇਹਦਾ ਕਿਵੇਂ ਸੌਰਟ ਆਊਟ ਕੀਤੀ ਜਾਵੇ। ਦੇਖੋ ਇਹ ਬੰਦਾ, ਇਹਦੇ 'ਤੇ ਲਾਇਆ ਗਿਆ ਭੈੜੇ ਸ਼ਾਸਨ ਦਾ ਪ੍ਰਬੰਧ। ਪਰ ਇਹ ਬੰਦੇ ਨੇ ਦੇਖੋ ਕੀ ਗੱਲ ਕਹੀ, ਕਹਿੰਦਾ ਦੇਖੋ ਮੈਂ ਹੈਗਾ ਇੱਕ ਮੁਸਲਮਾਨ, ਇਹ ਮਸਲਾ ਬੜਾ ਸੀਰੀਅਸ ਹੈ, ਇਸ ਕਰਕੇ ਜੇ ਮੈਂ ਇਹਦਾ ਕੋਈ ਡਿਸੀਜਨ ਲਊਂਗਾ ਤਾਂ ਤੁਹਾਨੂੰ ਇਹ ਹੋ ਜਾਊਗਾ ਮੈਂ ਪੱਖਪਾਤ ਕੀਤਾ। ਉਸ ਸਮੇਂ ਬੇਟਾ ਕਲਕੱਤਾ ਵਿਖੇ ਹਾਈ ਕੋਰਟ ਸਥਾਪਿਤ ਕਰ ਚੁੱਕੇ ਸੀ ਅੰਗਰੇਜ਼। ਤਾਂ ਇਹ ਕਹਿੰਦਾ ਵੀ ਤੁਸੀਂ ਇਹ ਜਿਹੜਾ ਮਸਲਾ ਹੈ ਨਾ, ਅਵਧ ਵਾਲਾ ਅਯੋਧਿਆ ਵਾਲਾ ਮਸਲਾ ਹੈ, ਇਹ ਤੁਸੀਂ ਹਾਈ ਕੋਰਟ 'ਚ ਲੈ ਜਾਓ, ਉਹ ਨਿਰਪੱਖ ਫੈਸਲਾ ਕਰ ਦੂ। ਵੀ ਜੇ ਮੈਂ ਕੋਈ ਫੈਸਲਾ ਕਰਦਾ ਤਾਂ ਮੈਨੂੰ ਬੀਇੰਗ ਏ ਮੁਸਲਮਾਨ ਤੁਸੀਂ ਇਹ ਕਹੋਗੇ ਵੀ ਹੈ ਨਾ, ਕਿਹਦੇ ਪੱਖ 'ਚ ਫੈਸਲਾ ਕਰਤਾ ਜਾਂ ਕਿਹਦੇ ਪੱਖ 'ਚ ਨਹੀਂ ਕਰਤਾ। ਸੋ ਦੇਖੋ ਇੱਥੋਂ ਇਹ ਬੰਦੇ ਦੇ ਕਰੈਕਟਰ ਦਾ ਪਤਾ ਲੱਗਦਾ ਵੀ ਕਿੰਨਾ ਇਹ ਆਪਦੇ ਸ਼ਾਸਨ ਪ੍ਰਤੀ ਵਧੀਆ ਉਹ ਸੀ। ਅਤੇ ਇਹ 'ਤੇ ਦੂਸ਼ਣ ਲਾ ਕੇ ਇਹਨੂੰ ਇਹਦੇ ਸ਼ਾਸਨ ਨੂੰ ਹੜਪ ਲੈਣਾ, ਤਾਂ ਇਹਦੇ 'ਤੇ ਕੀ ਬੀਤੀ ਹੋਊਗੀ। ਸੋ ਇਸ ਨੇ ਵੀ 1857 ਈਸਵੀ ਦੇ ਵਿਦਰੋਹ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਭਾਗ ਲਿਆ ਸੀ। ਸੋ ਇਸ ਤਰ੍ਹਾਂ ਲਾਰਡ ਡਲਹੌਜੀ ਨੇ ਅਵਧ ਨੂੰ ਵੀ ਆਪਣੇ ਅਧੀਨ ਕਰ ਲਿਆ। ਫਿਰ ਲਾਰਡ ਡਲਹੌਜੀ ਨੇ ਕਰਨਾਟਕ, ਪੂਨਾ, ਤੰਜੌਰ, ਸੂਰਤ ਆਦਿ ਇਹਨਾਂ ਰਿਆਸਤਾਂ ਦੇ ਸ਼ਾਸਕਾਂ ਦੀਆਂ ਜਿਹੜੀਆਂ ਪਦਵੀਆਂ ਸੀ ਉਹ ਖੋਲ੍ਹੀਆਂ। ਉਹਨਾਂ ਨੂੰ ਜਿਹੜੀਆਂ ਪੈਨਸ਼ਨ ਦਿੱਤੀਆਂ ਜਾਂਦੀਆਂ ਸੀ ਉਹ ਬੰਦ ਕਰ ਦਿੱਤੀਆਂ, ਹੈ ਨਾ। ਤਾਂ ਉਹਨਾਂ ਦੇ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲ ਕਰ ਲਿਆ। ਉਹਨਾਂ ਨੂੰ ਜਿਹੜੀਆਂ ਪੈਨਸ਼ਨਾਂ ਲਾਈਆਂ ਹੋਈਆਂ ਸੀ ਤਾਂ ਉਹ ਵੀ ਉਹਨੇ ਖੋਲ੍ਹੀਆਂ। ਆਹ ਦੇਖੋ, ਇਹ ਆ ਗਿਆ ਸਾਡੇ ਕੋਲ ਕਰਨਾਟਕ, ਭਾਰਤ ਦੇ ਨੀਚੇ ਕਰਨਾਟਕ ਆ ਗਿਆ। ਕਰਨਾਟਕ ਦੇ ਉੱਪਰ ਆ ਗਿਆ ਮਹਾਰਾਸ਼ਟਰ। ਮਹਾਰਾਸ਼ਟਰ ਦੇ ਵਿੱਚ ਸੀਗਾ ਆ ਪੂਨਾ। ਇੱਧਰਲੇ ਪਾਸੇ ਦੇਖੋ ਮਹਾਰਾਸ਼ਟਰ ਦੇ ਵਿੱਚ ਪੂਨਾ, ਇੱਥੋਂ ਦੇ ਰਿਆਸਤਾਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ। ਇੱਧਰੋਂ ਆ ਸੂਰਤ ਆ ਗਿਆ, ਹੈ ਨਾ, ਇਹ ਆ ਗਿਆ ਗੁਜਰਾਤ ਦਾ ਪੁਆਇੰਟ ਆ ਸੂਰਤ। ਅਤੇ ਇੱਧਰੋਂ ਨੀਚੇ ਦੇਖੋ ਤੰਜੌਰ, ਤਾਮਿਲਨਾਡੂ, ਮੌਜੂਦਾ ਤਾਮਿਲਨਾਡੂ ਦੇ ਵਿੱਚ ਹੈ ਤੰਜੌਰ। ਸੋ ਇੱਥੋਂ ਦੇ ਸ਼ਾਸਕਾਂ ਦੀਆਂ ਪੈਨਸ਼ਨਾਂ ਬੰਦ ਕਰਤੀਆਂ, ਉਹਨਾਂ ਦੀਆਂ ਪਦਵੀਆਂ ਖੋਲ੍ਹੀਆਂ। ਤਾਂ ਉਹਨਾਂ ਨੂੰ ਸਾਰੇ ਜਿਹੜੇ ਇਹਨਾਂ ਦੇ ਸਾਮਰਾਜ ਸੀ, ਇਹਨੂੰ ਸਾਰੇ ਨੂੰ ਈਸਟ ਇੰਡੀਆ ਕੰਪਨੀ ਦੇ ਅਧੀਨ ਕਰਤਾ ਕਿਹਨੇ? ਲਾਰਡ ਡਲਹੌਜੀ ਨੇ। ਥੋੜ੍ਹੇ ਯਾਦ ਹੋਵੇ, ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਗਾਂ ਉੱਤਰਾਧਿਕਾਰੀ ਪਤਨੀ ਬਚੀ ਸੀ, ਹੈ ਨਾ, ਮਹਾਰਾਣੀ ਜਿੰਦਾਂ, ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ। ਫਿਰ ਨੇਪਾਲ ਭੇਜ ਦਿੱਤਾ ਗਿਆ, ਪੈਨਸ਼ਨ ਰਿਡਿਊਸ ਕਰ ਦਿੱਤੀ। ਇਸ ਤਰ੍ਹਾਂ ਲਾਰਡ ਡਲਹੌਜੀ ਨੇ ਵੱਖ-ਵੱਖ ਜਿੱਤਾਂ ਦੁਆਰਾ, ਲੈਪਸ ਦੀ ਨੀਤੀ ਦੁਆਰਾ, ਭੈੜੇ ਸ਼ਾਸਨ ਪ੍ਰਬੰਧ ਦੁਆਰਾ, ਕਿਤਾਬਾਂ ਅਤੇ ਪੈਨਸ਼ਨਾਂ ਆਦਿ ਨੂੰ ਬੰਦ ਕਰਕੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਰਿਆਸਤਾਂ ਦੇ ਰਾਜਿਆਂ ਨੂੰ, ਹੈ ਨਾ, ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦੇ ਅਧੀਨ ਕਰ ਲਿਆ। ਈਸਟ ਇੰਡੀਆ ਕੰਪਨੀ ਦਾ ਵਿਸਥਾਰ ਕੀਤਾ।
ਸੋ ਇਹਦੇ ਨਾਲ ਹੀ ਈਸਟ ਇੰਡੀਆ ਕੰਪਨੀ ਜਿਹੜੀ ਇੱਕ ਬੜੇ ਛੋਟੇ ਜਿਹੇ ਸਥਾਨ ਤੋਂ ਸ਼ੁਰੂ ਕਰਕੇ ਨਾ ਆਪਾਂ ਉਹਦੇ ਦੇਖਿਆ ਸੀ ਇੱਕ ਮੈਪ ਦੇਖੋ, ਤੇ ਮੈਪ ਵਰਕ ਨਹੀਂ ਥੋੜ੍ਹਾ ਜਿਹਾ ਵੱਧ ਧਿਆਨ ਦਿਆ ਕਰੋ। ਇਹਦੀਆਂ ਲੋਕੇਸ਼ਨਸ ਤੁਸੀਂ ਆਪਣਾ ਇੰਡੀਆ ਦੇ ਮੈਪ ਨੂੰ ਦੇਖੋਗੇ ਤਾਂ ਤੁਹਾਨੂੰ ਸਾਰੀਆਂ ਲੋਕੇਸ਼ਨਸ ਕਲੀਅਰ ਹੋ ਜਾਣਗੀਆਂ। ਤਾਂ ਈਸਟ ਇੰਡੀਆ ਕੰਪਨੀ ਦਾ ਵਿਸਤਾਰ ਇਹਨਾਂ ਨੇ ਕੀਤਾ। ਉਰੋਂ ਈਸਟ ਇੰਡੀਆ ਕੰਪਨੀ ਸ਼ੁਰੂ ਹੋਈ ਸੀ ਆਪਣੇ ਨਾ ਪੱਛਮੀ ਬੰਗਾਲ, ਬਿਹਾਰ, ਫਿਰ ਇੱਧਰਲੇ ਪਾਸੇ ਆਪਣੇ ਉੜੀਸਾ ਵਾਲੇ ਪਾਸੇ ਗਏ, ਫਿਰ ਇਹਨਾਂ ਨੇ ਨੀਚੇ ਮਦਰਾਸ ਵਾਲੇ ਪਾਸੇ ਗਏ, ਫਿਰ ਇੱਧਰ ਮਰਾਠਿਆਂ ਨਾਲ ਇਹਨਾਂ ਨੇ ਯੁੱਧ ਕੀਤੇ, ਫਿਰ ਆਪਣਾ ਪੰਜਾਬ ਨੂੰ ਕੈਪਚਰ ਕਰ ਲਿਆ। ਇਸ ਤਰ੍ਹਾਂ ਹੈ ਨਾ ਇਹ ਜਿਹੜਾ ਸੀਗਾ ਲਾਰਡ ਡਲਹੌਜੀ, ਇਹਦੇ ਵਿੱਚੋਂ ਕਾਫੀ ਇੱਕ ਉਹ ਮਹੱਤਵਪੂਰਨ ਉੱਭਰ ਕੇ ਸਾਹਮਣੇ ਆਇਆ ਸੀ, ਜਿਹਦੇ ਕਰਕੇ ਭਾਰਤ ਵਿੱਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦਾ ਵਿਸਥਾਰ ਹੋਇਆ। ਇਸ ਤਰ੍ਹਾਂ ਮੈਨੂੰ ਉਮੀਦ ਹੈ ਵੀ ਤੁਹਾਨੂੰ ਸਾਰਾ ਇਹ ਸਮਝ ਆ ਗਿਆ ਹੋਊਗਾ, ਜਿਹਦੇ ਵਿੱਚੋਂ ਕੁਝ ਮੇਨ ਪੁਆਇੰਟਸ ਨੇ ਜੋ ਬੁੱਕ ਦੇ ਵਿੱਚੋਂ ਮੈਂ ਇਹਦੇ ਵਿੱਚ ਪੇਸਟ ਕੀਤੇ ਨੇ। ਤੁਸੀਂ ਇਹਨਾਂ ਨੂੰ ਨੋਟ ਕਰੋ। ਇਹ ਜਿਹਨੂੰ ਬੁਲੇਟਸ ਪੁਆਇੰਟਸ ਕਹਿੰਦੇ ਨੇ, ਯਾਦ ਰੱਖਣ ਜੋ ਗੱਲਾਂ। ਇਹਦੇ ਵਿੱਚੋਂ ਕਾਫੀ ਕੁਐਸਚਨਸ ਵੀ ਆਉਂਦੇ ਨੇ ਅਤੇ ਆਪਾਂ ਪਿੱਛੇ ਸਾਰੇ ਇਹ ਕਰ ਚੁੱਕੇ ਹਾਂ। ਸੋ ਇਹ ਕੁਐਸਚਨ ਆਨਸਰਸ ਨੇ, ਤੁਸੀਂ ਉਹ ਨੋਟ ਕਰ ਸਕਦੇ ਹੋ ਸਾਰੇ ਕੁਐਸਚਨ ਆਨਸਰਸ ਤੁਹਾਡੇ ਅਭਿਆਸ ਦੇ ਪ੍ਰਸ਼ਨ ਦੇ, ਹੈ ਨਾ। ਇਹਨਾਂ ਨੂੰ ਨੋਟ ਕਰਕੇ ਉਹ ਕਰੋ। ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਚੈਪਟਰ ਵਧੀਆ ਢੰਗ ਨਾਲ ਸਮਝ ਆ ਗਿਆ ਹੋਊਗਾ। ਬੇਟਾ ਇੱਕ ਤਾਂ ਕਾਪੀ ਪੈਨ ਆਪਦੇ ਕੋਲੇ ਰੱਖਿਆ ਕਰੋ, ਮੇਨ ਪੁਆਇੰਟਸ ਹੁੰਦੇ ਨੇ ਜਿਹੜੇ ਉਹਨਾਂ ਨੂੰ ਨਾਲ ਦੀ ਨਾਲ ਨੋਟ ਕਰ ਲਿਆ ਕਰੋ। ਵੀਡੀਓਜ਼ ਨੂੰ ਦੇਖੋ, ਵੀਡੀਓਜ਼ ਦੇ ਨਾਲ ਨਾਲ ਜਦੋਂ ਨਾ ਮੈਂ ਕੋਈ ਸਟੇਟ ਬੋਲਦਾ ਦੇਖ, ਜਿਵੇਂ ਹੁਣ ਮੈਪ ਆ ਗਿਆ ਨਾ, ਇਹਦੇ ਵਿੱਚ ਆ ਗਿਆ ਆਪਣੇ ਕੋਲ ਅੰਗਰੇਜ਼ੀ ਬਸਤੀਆਂ ਕਿੱਥੇ ਕਿੱਥੇ ਸੀ। ਦੇਖੋ ਅੰਗਰੇਜ਼ੀ ਬਸਤੀ ਆ ਰਹੀ, ਅੰਗਰੇਜ਼ੀ ਹੈ ਨਾ, ਉਰੇ ਆਪਣੇ ਕੋਲ ਕਲਕੱਤਾ ਵਿੱਚ ਆ ਗਈ, ਬੰਗਾਲ ਦੀ ਆ ਗਈ, ਹੈ ਨਾ। ਫਿਰ ਆਪਣੇ ਕੋਲ ਮਦਰਾਸ ਵਿਖੇ ਆ ਗਈ, ਫਿਰ ਸਾਡੇ ਕੋਲ ਮੁੰਬਈ ਦੀ ਆ ਗਈ, ਫਿਰ ਸਾਡੇ ਕੋਲ ਸੂਰਤ ਦੀ ਆ ਗਈ। ਸੋ ਇਹ ਜਿਹੜੀਆਂ ਨੇ ਅੰਗਰੇਜ਼ੀ ਬਸਤੀਆਂ, ਜਦੋਂ ਤੁਸੀਂ ਮੈਪ ਵਰਕ ਨਾਲ ਕਰੀ ਚੱਲੋਗੇ, ਤੁਹਾਨੂੰ ਫਿਰ ਨਾ ਐਸਐਸ ਬੋਰਿੰਗ ਨਹੀਂ ਲੱਗੂਗੀ, ਹੈ ਨਾ। ਉਹ ਸਮਝ ਆਈ ਚੱਲੂ ਵੀ ਲੋਕੇਸ਼ਨ ਕਿੱਥੇ ਹੈ। ਇਸ ਕਰਕੇ ਮੈਪ ਨੂੰ ਨਾਲ ਰੱਖਣਾ ਬੜਾ ਜ਼ਰੂਰੀ ਹੈ। ਸੋ ਉਹ ਮੈਪ ਤਾਂ ਕਰ ਸਕੋਗੇ ਜੇ ਤੁਹਾਨੂੰ ਸਾਰੀਆਂ ਇੰਡੀਆ ਦੀਆਂ ਸਾਰੀਆਂ ਸਟੇਟਸ ਦਾ ਪਤਾ ਹੋਊਗਾ ਵੀ ਉਰੇ ਪੰਜਾਬ ਹੈ, ਉਰੇ ਜੰਮੂ ਕਸ਼ਮੀਰ ਹੈ, ਪੰਜਾਬ ਦੇ ਨੀਚੇ ਸਾਡੇ ਕੋਲ ਰਾਜਸਥਾਨ ਆ ਗਿਆ, ਉਰੇ ਗੁਜਰਾਤ ਆ ਗਿਆ, ਗੁਜਰਾਤ ਦੇ ਨੀਚੇ ਮਹਾਰਾਸ਼ਟਰ ਆ ਗਿਆ, ਫਿਰ ਛੋਟਾ ਜਿਹਾ ਗੋਆ, ਗੋਆ ਦੇ ਨਾਲ ਕਰਨਾਟਕ, ਕਰਨਾਟਕ ਦੇ ਨੀਚੇ ਕੇਰਲ। ਸੋ ਇਸ ਤਰ੍ਹਾਂ ਇਹਦੇ ਨਾਲ ਰਿਲੇਟਡ ਇੱਕ ਲਿੰਕ ਵੀ ਹੈ, ਉੱਥੋਂ ਤੁਸੀਂ ਪਲੀਜ਼ ਇੰਡੀਅਨ ਸਟੇਟਸ ਐਂਡ ਯੂਟੀਜ਼ ਨੂੰ ਪੜ੍ਹ ਲਓ, ਚੰਗੀ ਤਰ੍ਹਾਂ ਦੇਖ ਲਓ। ਸੋ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਈਸਟ ਇੰਡੀਆ ਕੰਪਨੀ ਦੀ ਸਥਾਪਨਾ, ਉਹਦਾ ਵਿਸਥਾਰ, ਉੱਥੇ ਕਿਹੜੇ ਕਿਹੜੇ ਯੁੱਧ ਹੋਏ, ਮੁੱਖ ਯੁੱਧ ਹੋਏ, ਕਿਹੜੀਆਂ ਕਿਹੜੀਆਂ ਸੰਧੀਆਂ ਹੋਈਆਂ, ਕਿਹੜੀਆਂ ਕਿਹੜੀਆਂ ਨੀਤੀਆਂ ਅੰਗਰੇਜ਼ਾਂ ਦੁਆਰਾ ਅਡੋਪਟ ਕੀਤੀਆਂ ਗਈਆਂ, ਉਹ ਤੁਹਾਨੂੰ ਇਹਦੇ ਵਿੱਚੋਂ ਗਿਆਨ ਪ੍ਰਾਪਤ ਹੋ ਗਿਆ ਹੋਊਗਾ। ਇਸ ਵੀਡੀਓ ਨੂੰ ਇੱਕ ਦੋ ਵਾਰ ਦੇਖੋ ਅਤੇ ਆਪਣੇ ਗਿਆਨ ਵਿੱਚ ਵਾਧਾ ਕਰੋ। ਕਾਪੀਆਂ ਦੇ ਉੱਤੇ ਕੁਐਸਚਨਸ ਲਿਖ ਲਓ। ਸੋ ਆਈ ਹੋਪ you understand very well. So take care, stay home, stay safe. Thank you very much.